ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਕਨਹਰ ਬੂੰਦ ਬਸੁਰ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਕਨਹਰ ਬੂੰਦ ਬਸੁਰ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਕਨਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਕਨਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਅਮਰਦਾਸ ਪਰਸੀਐ, ਪੋਹਮ ਪਾਤਿਕ ਬਿਨਾਸਹਿ। ਗੁਰ ਅਮਰਦਾਸ ਪਰਸੀਐ, ਸਿਧ ਸਾਧਿਕ ਆਸਾਸਹਿ। ਗੁਰ ਅਮਰਦਾਸ ਪਰਸੀਐ, ਪੋਹਮ ਪਾਤਿਕ ਬਿਨਾਸਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, जिनके भाग बड़े हैं पाई, तिन साधु संग मुख जुरे। आप जी वडभागे हो जो श्री गुरु ग्रंथ साहिब जी महाराज सच्चे पातशाह जी दी पावन पवित्र हजूरी च सुभाएमान होके अमृतमयी गुरु की बाणी का कीर्तन सरवण कर रहे सी। भले अमरदास गुण तेरे, तेरी उपमा तोए बन आवे। अज गुरु साहिब जी की किरपा नाल आपां सारे संसार भर दे अंदर जिथे जिथे भी गुरु नानक नाम लेवा गुरु कीआं संगतां सुभाएमान हन, वो सतगुरु अमरदास सच्चे पातशाह जी दा पावन पवित्र प्रकाश पुरब मना रही हैं। गुरु अमरदास की अकथ कथा है, एक जिही कश कही न जाई। गुरु अमरदास साहिब जी महाराज दी ऐसी अकथ कथा एक जीभ नाल कोई कह नहीं सकता। जे लखां जीभां हो जाण तां भी नहीं कह सकता। एक दू जीभो लख होवे, लख होवे लख बीस, लख लख गेड़ा आखीए, एक नाम जगदीश। कहते एक जीभ तो लख जीभा हो जाण ते उथों 20 लख बन जाण। जिन्ने शरीर दे रोम हन ये सारे जीभ बन जाण। फिर भी महाराज परमेश्वर अकाल पुरख वाहिगुरू जी दे नामां दा, परमेश्वर दे स्वरूप दा कोई अंत नहीं पा सकता। इस करके गुरु ग्रंथ साहिब जी अंदर पावन बाणी भट्टां दे सवैयां विच ये पंक्ति आई है, गुरु अमरदास की अकथ कथा है। गुरु अमरदास साहिब जी महाराज सच्चे पातशाह जी की कथा बड़ी आश्चर्य है। आप जी ने अपने पूज गुरुदेव गुरु अंगद देव साहिब जी की 12 साल सेवा की है, और सेवा भी ऐसी सी जिहदे बारे आप अपनी बाणी च लिखते ने। गुर पीरां की चाकरी महाकरड़ी
ਸੁਖ ਸਾਰ। ਗੁਰੂਆਂ ਦੀ, ਪੀਰਾਂ ਦੀ, ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਸੌਖੀ ਨਹੀਂ ਹੁੰਦੀ। ਇਹ ਕਹਿੰਦੇ ਬੜੀ ਔਖੀ, ਕਰੜੀ, ਗਾਖੜੀ ਕਾਰ ਹੁੰਦੀ ਹੈ, ਤੇ ਪਰ ਦਿੰਦੀ ਸੁੱਖ ਹੈ। ਕਹਿੰਦੇ ਹੁੰਦੀ ਕਰੜੀ ਹੈ ਪਰ ਦਿੰਦੀ ਸੁੱਖ ਹੈ। ਸੰਸਾਰ ਦੇ ਵਿੱਚ ਕੋਈ ਵੀ ਔਖਾ ਕੰਮ ਕਰਨਾ ਹੋਵੇ ਆਪਾਂ ਟਾਲਾ ਕਰ ਜਾਂਦੇ ਹਾਂ। ਕੋਈ ਨੌਕਰੀ ਐਸੀ ਹੋਵੇ ਜਿੱਥੇ ਜ਼ਿਆਦਾ ਮਿਹਨਤ ਹੋਵੇ, ਘੱਟ ਪੈਸੇ ਮਿਲਦੇ ਹੋਣ, ਅਸੀਂ ਕਹਿੰਦੇ ਛੱਡੋ ਇਹ ਨੌਕਰੀ 'ਚ ਕੋਈ ਫਾਇਦਾ ਨਹੀਂ। ਪਰ ਕਹਿੰਦੇ ਗੁਰੂਆਂ ਦੀ ਸੇਵਾ, ਗੁਰੂਆਂ ਦੀ ਘਾਲਣਾ ਹੁੰਦੀ ਤਾਂ ਔਖੀ, ਕਰੜੀ ਹੈ, ਮਿਹਨਤ ਬੜੀ ਹੁੰਦੀ ਹੈ, ਪਰ ਦਿੰਦੀ ਸੁੱਖ ਹੈ। ਦੁਨਿਆਵੀ ਕੰਮ ਕੋਈ ਵੀ ਔਖਾ ਹੋਵੇ ਉਹ ਸੁੱਖ ਤਾਂ ਨਹੀਂ ਦਿੰਦਾ, ਔਖਾ ਕੰਮ ਤੇ ਔਖਾ ਹੀ ਕਰਦਾ ਹੈ। ਪਰ ਗੁਰੂ ਕੀ ਸੇਵਾ ਹੈ ਔਖੀ, ਦਿੰਦੀ ਹੈ ਸੁੱਖ। ਕਹਿੰਦੇ ਮਹਾਂ ਕਰੜੀ ਸੁਖ ਸਾਰ। ਹੈ ਕਰੜੀ ਪਰ ਸੁੱਖਾਂ ਦਾ ਨਿਚੋੜ ਕੱਢ ਕੇ ਰੱਖ ਦਿੰਦੀ ਹੈ, ਅਸਲ ਸੁੱਖ ਦਿੰਦੀ ਹੈ। ਉਹ ਸੁੱਖ ਕਿਹੜਾ ਹੈ? ਆਤਮਾ ਦਾ ਸੁੱਖ। ਜਿਹੜੇ ਦੁਨਿਆਵੀ ਕੰਮ ਨੇ, ਪੈਸਾ ਟਕਾ ਕਮਾਉਣ ਦੇ ਸਾਧਨ ਨੇ, ਖੇਤੀਬਾੜੀ ਹੈ, ਬਿਜ਼ਨਸ ਹੈ, ਨੌਕਰੀ ਹੈ, ਇਹ ਜਿਹੜੇ ਸਾਧਨ ਨੇ, ਪੈਸਾ ਅਸੀਂ ਕਮਾ ਕੇ ਲਿਆਉਂਦੇ ਹਾਂ, ਸਰੀਰ ਨੂੰ ਸੁੱਖ ਦਿੰਦੇ ਹੈ। ਵਧੀਆ ਮਕਾਨ ਵਿੱਚ ਰਹਿ ਲਵਾਂਗੇ, ਵਧੀਆ ਮਹਿੰਗਾ ਕੱਪੜਾ ਪਾ ਲਵਾਂਗੇ, ਚੰਗੀ ਮਹਿੰਗੀ ਗੱਡੀ ਕਾਰ 'ਚ ਘੁੰਮ ਲਵਾਂਗੇ, ਪਰ ਮਨ ਨੂੰ ਸ਼ਾਂਤੀ ਨਹੀਂ ਆਉਣੀ, ਮਨ ਨੂੰ ਸੁੱਖ ਨਹੀਂ ਮਿਲਣਾ। ਮਨ ਨੂੰ ਸੁੱਖ ਉਦੋਂ ਹੀ ਮਿਲਣਾ ਹੈ ਜਦੋਂ ਗੁਰੂ ਦੀ ਕਾਰ ਕਮਾਵਾਂਗੇ। ਜਿਨ੍ਹਾਂ ਨੇ ਗੁਰੂ ਦੀ ਕਾਰ ਕਮਾਈ ਹੈ ਉਹ ਧਨ ਹੋ ਗਏ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ 12 ਸਾਲ ਸੇਵਾ, ਖੜੇ ਪੈਰ, ਨਾ ਦਿਨੇ ਆਰਾਮ ਕੀਤਾ ਨਾ ਰਾਤੀ ਆਰਾਮ ਕੀਤਾ। ਲਗਭਗ ਅੱਧੀ ਕੁ ਰਾਤ ਦਾ ਸਮਾਂ ਹੁੰਦਾ ਸੀ ਜਦੋਂ ਗਾਗਰ ਲੈ ਕੇ ਚੱਲ ਪੈਂਦੇ ਸਨ, ਤੇ ਬੜੇ ਜਾ ਕੇ ਦਰਿਆ ਬਿਆਸਾ ਤੋਂ 8 ਕਿਲੋਮੀਟਰ ਉੱਥੋਂ ਦੂਰੀ ਪੈ ਜਾਂਦੀ ਹੈ। ਉੱਥੋਂ ਜਾ ਕੇ ਜਲ ਦੀ ਗਾਗਰ ਭਰਨੀ, ਪਹਿਲਾਂ ਆਪ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਗਾਗਰ ਗੁਰੂ ਸਾਹਿਬ ਵਾਸਤੇ ਸਵੱਛ ਜਲ ਦੀ ਭਰਨੀ। ਕਿਉਂਕਿ ਸਾਧ ਸੰਗਤ ਜੀ ਅੱਜ ਕੱਲ੍ਹ ਨਾਸਤਕਾਂ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ, ਹਰ ਗੱਲ ਦੇ ਉੱਤੇ ਕਿੰਤੂ ਕਰਦੇ ਹਨ। ਹੁਣ ਇੱਕ ਸਵਾਲ ਇਹਨਾਂ ਨੇ ਇੱਥੇ ਵੀ ਉਠਾਇਆ ਹੋਇਆ ਹੈ। ਉਹ ਕਹਿੰਦੇ ਹੈ ਕਿ ਖਡੂਰ ਸਾਹਿਬ 'ਚ ਪਾਣੀ ਕੋਈ ਨਹੀਂ ਸੀ ਜਿਹੜਾ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਲੈਣ ਜਾਂਦੇ ਸਨ। ਅੱਜ ਇਹ ਵੀ ਕਿੰਤੂ ਪਰੰਤੂ ਸਾਡੇ ਸਟੇਜਾਂ ਦੇ ਉੱਤੇ ਹੀ ਕੀਤਾ ਜਾਂਦਾ ਹੈ। ਸਾਧ ਸੰਗਤ ਜੀ, ਪਰ ਮੂਰਖਾਂ ਨੂੰ ਕੌਣ ਸਮਝਾਵੇ? ਪਾਣੀ 'ਚ ਵੀ ਫਰਕ ਹੁੰਦਾ ਹੈ। ਪਾਣੀ 'ਚ ਕੀ ਫਰਕ ਹੁੰਦਾ ਹੈ? ਜਿਹੜਾ ਖੜਿਆ ਪਾਣੀ ਹੁੰਦਾ ਹੈ ਉਹਦਾ ਸਵਾਦ ਕੁਝ ਹੋਰ ਹੁੰਦਾ ਹੈ, ਜਿਹੜਾ ਪਾਣੀ ਚੱਲ ਰਿਹਾ ਹੁੰਦਾ ਹੈ ਦਰਿਆਵਾਂ ਦਾ, ਉਹਦਾ ਆਨੰਦ ਕੁਝ ਵੱਖਰਾ ਹੁੰਦਾ ਹੈ। ਤੇ ਸਿੱਖ ਦੀ ਸ਼ਰਧਾ ਇਹ ਹੁੰਦੀ ਹੈ ਵੀ ਮੈਂ ਆਪਣੇ ਸਤਿਗੁਰਾਂ ਨੂੰ ਸਭ ਤੋਂ ਚੰਗੀ ਚੀਜ਼ ਭੇਟਾ ਕਰਾਂ, ਸਭ ਤੋਂ ਚੰਗਾ ਪ੍ਰਸ਼ਾਦਾ ਛਕਾਵਾਂ, ਸਭ ਤੋਂ ਚੰਗਾ ਮਿੱਠਾ ਪਾਣੀ ਪਿਆਵਾਂ। ਜਿਵੇਂ ਭਾਈ ਰੂਪਾ ਜੀ ਤੇ ਉਹਨਾਂ ਦੇ ਪਿਤਾ ਭਾਈ ਸਾਧੂ ਜੀ, ਇਹ ਤਰਖਾਣ ਸਨ, ਬਹੁਤ ਗਰੀਬ ਘਰ ਦੇ ਗੁਰੂ ਕੇ ਸਿੱਖ ਸਨ। ਘਰੋਂ ਪਾਣੀ ਦੀ ਛਾਂਗਲ ਲੈ ਕੇ ਤੁਰੇ ਸਨ ਵੀ ਜਦੋਂ ਲੱਕੜਾਂ ਵੱਢਾਂਗੇ ਗਰਮੀ ਲੱਗੇਗੀ ਤੇ ਪਾਣੀ ਪੀ ਲਵਾਂਗੇ। ਵਾਰ-ਵਾਰ ਜਾ ਕੇ ਜੰਡ ਦੇ ਨਾਲ ਛਾਂਗਲ ਟੰਗ ਦਿੱਤੀ। ਦੋਵੇਂ ਪਿਓ ਪੁੱਤਰ ਲੱਕੜਾਂ ਪਾੜਨ ਲੱਗ ਪਏ ਜੰਗਲ ਦੇ ਵਿੱਚ। ਲੱਕੜਾਂ ਵੱਢਦਿਆਂ ਨੂੰ ਪਿਆਸ ਲੱਗੀ, ਪਾਣੀ ਨੂੰ ਹੱਥ ਲਾਇਆ, ਹਵਾ ਲੱਗ ਕੇ ਉਹ ਛਾਂਗੜ ਬੜੀ ਠੰਡੀ ਹੋ ਗਈ ਸੀ। ਤੇ ਭਾਈ ਰੂਪ ਚੰਦ ਕਹਿੰਦਾ, ਪਿਤਾ ਜੀ ਪਾਣੀ ਬੜਾ ਸਵਾਦੀ ਹੈ, ਇਹ ਪਾਣੀ ਬੜਾ ਠੰਡਾ ਹੈ, ਇਹ ਪਾਣੀ ਆਪਣੇ ਗਰੀਬਾਂ ਦੇ ਪੀਣ ਵਾਲਾ ਨਹੀਂ ਹੈ, ਇਹ ਪਾਣੀ ਤਾਂ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛਕਣ ਤਾਂ ਕਿੰਨਾ ਚੰਗਾ ਹੋਵੇ। ਪਿਓ ਕਹਿਣ ਲੱਗਾ, ਪੁੱਤਰ ਗੁਰੂ ਸਾਹਿਬ ਬੜੀ ਦੂਰ ਹੋਣਗੇ, ਜੇ ਨੇੜੇ ਹੁੰਦੇ ਤੇ ਆਪਾਂ ਉਹਨਾਂ ਨੂੰ ਪਾਣੀ ਪਿਆ ਦਿੰਦੇ, ਜਲ ਛਕਾ ਦਿੰਦੇ। ਪਰ ਪਿਓ ਦਾ ਵੀ ਜੀ ਨਹੀਂ ਕੀਤਾ ਉਸ ਛਾਂਗਲ ਵਿੱਚੋਂ ਪਾਣੀ ਪੀਣ ਨੂੰ। ਪਿਆਸ ਲੱਗਦੀ ਸੀ, ਹੱਥ ਲਾਉਂਦੇ ਸੀ, ਫਿਰ ਸੋਚਦੇ ਸੀ ਨਹੀਂ ਇਹ ਗੁਰੂ ਸਾਹਿਬ ਦੇ ਛਕਣ ਵਾਲਾ ਪਾਣੀ ਹੈ,
फिर बह जाते सी। फिर 10 मिनट काम करना हुंदा सी, लकड़ां पाड़दे सी, गर्मी बड़ी सी, ते रोई दे विच काम करदियां फिर पसीना वगना, पानी प्यास लगनी, फिर हथ लाना ठंडा। नहीं, ये साडे गरीबां दे पीण वाला नहीं, ये ते शहनशाह दे पीण वाला पानी है। ऐसी भावना दे नाल कहंदे लगभग 2 पहर बीत गए, पानी नहीं पीता। उधर उथों 60-62 किलोमीटर की दूरी ते मोगे दे कोल डरोली भाई दे विच गुरु साहब 6वें पातशाह महाराज दोपहर वेले बैठे। गर्मी की रुत सीगी, अंदर ठंडे कमरे दे विच अजकल तां AC लांदे है ना, उन्हां दिनां दे विच आ जिहड़ा AC नूं घाह जा नहीं लगा हुंदा, जिहनूं टाटी भी कहंदे ने, खस भी कहंदे ने, वो पहलां आ खिड़कियां दे विच ला दिंदे हुंदे सी ते उत्ते पानी दा छट्टा मार दिंदे सी। वो फिर गिले पानी दे विचों जिहड़ी हवा बाहरों आउंदी सी, वो ठंडी हो के आउंदी सी। शरदखाना कहंदे सी उहनूं, ठंडा कमरा। ठंडे कमरे च गुरु साहब आराम कर रहे 6वें पातशाह। उधर गुरु दे सिख प्यो पुत्र दोवें ही पानी तो प्यासे तड़फ रहे हैं भी सतगुरु पानी पीण ते फिर असीं पानी पीवीए। घट घट के अंतर की जानत, भले बुरे की पीर पछानत। गुरु पातशाह महाराज कहते साडा घोड़ा कस्सो। सेवादार ने फटाफट घोड़ा कस दिता ते कल्ले ही पातशाह महाराज घोड़े ते सवार होकर चाले पा दिते। डरोली भाई की तो पिछे पैंदे खान बाबा विधि चंद होर जिहड़े नए सेवादार सन, वो कहते महाराज कित्थे गए। भाई जेठे वर्गे वो महाराज दे पिछे पिछे किन्ने ही घोड़े दौड़ा के मसी रले। कल्ले ही सतगुरु 6वें पातशाह इत्थे गुरुद्वारा जंड साहब है, साध संगत जी भगता भाई का बरनाला बाजा खाना रोड दे उत्ते ये वड्डा एक पिंड है, उहदे लागे भाई रूपा ये नगर है। भाई रूपे दे खेतां विच महाराज सच्चे पातशाह जी पहुंच गए। जंगल सीगा ते मालवे दी धरती ते करीरां दे जंडां दे दरखत हुंदे सन, पीलूआं दे दरखत बूटे हुंदे सन। उन्हां जंडां नालों वणां नालों लोग पीलू तोड़ तोड़ के खांदे ते इदां दी धरती ते सतगुरु पातशाह पहुंचे, आवाजां मारदे है, ओ भाई रूपा, भाई साधु कित्थे हो तुसीं। दोवें प्यो पुत्र पानी तो बेहोश होए पए सन। जदों सतगुरां दी आवाज़ सुनी, नेत्र खोले, सामने मीरी पीरी दी सरकार, चरनां ते मत्था टेकिया। सच्चे पातशाह जी नूं वो जल जिहड़ा आप छकण लई घरों लैके आए सी, पहला गुरु हरगोबिंद साहब जी नूं छकाया ते फिर उन्हां प्यो पुत्रां ने पानी पीता। साध संगत जी प्रसन्न होकर गुरु ने गाला ला लिया, बचन कीता रूप चंद तेरे नां ते इत्थे पिंड वसाणा है ते उहदा नां भी भाई रूपा ही रखांगे। आप 6वें पातशाह ने मोड़ी गड्डी, एक कड़छा, एक खंडा, शस्त्र बस्त्र ते लंगर चलाउण दीआं निशानियां वजों कड़छा दे के कहा लंगर चलाओ, तुहाडा अतुट वरतेगा। ये गुरु साहब सच्चे पातशाह जी अपने सिख दा प्रेम वेखदे है ते गुरु अमरदास साहब जी उस प्रेम च पूरे सन। अपने गुरुदेव दे लई जल लैण दे लई खंडूर साहब तो ब्यासा दरिया गोइंदवाल साहब जाया करते सन। उत्थों जल लिया के गुरुदेव जी नूं इशनान कराना, महाराज दे बस्तर बदल के इशनान करा के ते फिर आप लंगर में चले जाना। लंगर दे सारे भांडे सिद्धे करने जिहड़े रात मांज के रखे हुंदे सन। रात सारे भांडे मांज के सौंदे सतगुरु अमरदास साहब जी। घंटा अद्धा घंटा ही मसी आराम करना ते 12 बजे दिन फिर उठ पैना ते फिर गुरु नूं इशनान करन तो बाद 2:30-3 बजे चुल्हा गर्म करना। चुल्हे ते देगा रख देना, दाल सब्जी जो लंगर सारा दिन वरतना, आटा गुन्नना, दिन चढ़दे तक लंगर भी तैयार कर देना। सारा दिन गुरु दे घोड़ियां नूं, गुरु घर दे डंगरां नूं, गुरु घर दीआं संगतां नूं पीण लई खूह तों पानी भर भर के लियाई जाना ते सारा दिन सेवा कर करके ना आ जिहड़े चरनां दीआं ब्याईयां फट गईयां ते हत्थां दे उत्ते भी साध संगत जी, हत्थां दे विच भी एक तरह दे नाल
ਵਿਆਹੀਆਂ ਫਟ ਗਈਆਂ। ਸੇਵਾ ਕਰ ਕਰਕੇ ਪਾਣੀ ਢੋ ਢੋ ਕੇ, ਨਾ ਪੈਰਾਂ ਦਾ ਪਤਾ ਲੱਗਦਾ ਸੀ ਕਿੱਦਾਂ ਦਾ ਰੰਗ ਰੂਪ ਹੈ ਤੇ ਨਾ ਹੱਥਾਂ ਦਾ। ਸਾਲ ਪਿੱਛੋਂ 1.5 ਗਜ ਖੱਦਰ ਦਾ ਇੱਕ ਸਰੋਪਾ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ 1 ਸਾਲ ਪਿੱਛੋਂ ਦਿੰਦੇ ਸਨ। ਉਹ ਲੈ ਕੇ ਸਿਰ ਤੇ ਸਜਾ ਕੇ ਉਹਦੇ ਉੱਤੇ ਰੱਸੀ ਬੰਨ੍ਹ ਲੈਣੀ ਤਾਂ ਕਿ ਉਹ ਖੁੱਲੇ ਨਾ। ਉੱਤੇ ਕੱਪੜਾ ਮੰਡਾਸਾ ਮਾਰਿਆ, ਉੱਤੇ ਗਾਗਰ ਰੱਖੀ ਹੈ, ਸੇਵਾ ਕਰੀ ਗਏ। 11 ਸਰੋਪੇ ਇਕੱਠੇ ਹੋ ਗਏ ਸਨ ਜਿਹੜੇ ਗੁਰੂ ਸਾਹਿਬ ਨੇ 12ਵੇਂ ਸਾਲਾਂ 'ਚ ਆਪਣੇ ਹੱਥੀਂ ਖੋਲ੍ਹੇ ਸਨ ਤੇ ਇਸ਼ਨਾਨ ਕਰਾ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕੀਤਾ ਸੀ। ਉਹ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਸੀ ਕਿ ਦੁਨੀਆ ਕਹਿੰਦੀ ਸੀ ਇਹ ਤਾਂ ਕੁੜਮਾਂ ਦੇ ਘਰ ਪਾਣੀ ਢੋਂਦਾ ਹੈ। ਲੋਕਾਂ ਨੂੰ ਕੀ ਪਤਾ ਸੀ ਅੰਦਰਲੀ ਗੱਲ ਦਾ। ਕਬੀਰ ਲੋਕ ਕਹਿ ਨਿੰਦਾ ਬੱਪੜਾ, ਜੇ ਮਨ ਨਹੀਂ ਗਿਆਨ ਆਖੋ ਸਤਿਨਾਮ ਸ੍ਰੀ। ਮੂਰਖ ਲੋਕ ਨਿੰਦਾ ਹੀ ਕਰਦੇ ਹਨ ਕਿਉਂਕਿ ਮਹਾਂਪੁਰਸ਼ਾਂ ਦੀ, ਸੰਤਾਂ ਦੀ, ਭਗਤਾਂ ਦੀ, ਗੁਰੂਆਂ ਦੀ ਗੱਲ ਸੰਸਾਰੀ ਲੋਕਾਂ ਨੂੰ ਸਮਝ ਨਹੀਂ ਆਉਂਦੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਮੀਂਹ ਪੈ ਰਿਹਾ ਸੀ, ਗਾਗਰ ਮੋਢੇ ਧਰੀ ਹੋਈ ਸੀ। ਰਸਤੇ 'ਚ ਜੁਲਾਹਿਆਂ ਦਾ ਘਰ ਉੱਚੇ ਟਿੱਬੇ ਤੇ ਪੈਂਦਾ ਸੀ। ਅੱਜ ਕੱਲ੍ਹ ਵੀ ਉਹ ਸਾਰੇ ਖੰਡੂਰ ਸਾਹਿਬ ਵਿੱਚ ਉੱਚੀ ਥਾਂ ਉਹੀ ਹੈ ਜਿੱਥੇ ਜੁਲਾਹਿਆਂ ਦੀ ਖੱਡੀ ਲੱਗੀ ਹੋਈ ਸੀ। ਜੁਲਾਹਿਆ ਤੇ ਜੁਲਾਈ ਅੰਦਰ ਆਪਣੇ ਕੋਠੜੇ 'ਚ ਸੁੱਤੇ, ਬਾਹਰ ਖੱਡੀ ਦੇ ਕਰੀਰ ਦੇ ਕਿਲੇ ਦੇ ਨਾਲ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦੇ ਪੈਰ ਦਾ, ਚਰਨਾਂ ਦਾ ਠੁੱਡਾ ਵੱਜਾ। ਹਜ਼ੂਰ ਸੱਚੇ ਪਾਤਸ਼ਾਹ ਤਿਲਕ ਕੇ ਡਿੱਗੇ ਪਰ ਆਪਣੇ ਮੋਢੇ ਤੇ ਰੱਖੀ ਹੋਈ ਗਾਗਰ ਡਿੱਗਣ ਨਹੀਂ ਦਿੱਤੀ। ਗਾਗਰ ਨੂੰ ਸੰਭਾਲ ਲਿਆ। ਖੜਕਾ ਹੋਇਆ। ਜੁਲਾਹੇ ਨੇ ਆਵਾਜ਼ ਦਿੱਤੀ, ਕੌਣ ਹੈ? ਹੋਰ ਤੇ ਕੋਈ ਨਾ। ਉਹਦੀ ਘਰਵਾਲੀ ਕੋਲੋਂ ਬੋਲੀ, ਕੋਈ ਨਹੀਂ, ਇਸ ਵੇਲੇ ਕੌਣ ਹੋਵੇਗਾ? ਅੱਧਾ ਜਿਹਾ ਨਾਂ ਲੈ ਕੇ ਕਹਿਣ ਲੱਗੀ, ਹੋਣਗੇ ਜਿਹੜੇ ਕੁੜਮਾਂ ਦੇ ਘਰ ਪਾਣੀ ਭਰਦੇ ਆ। ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਮੁਖ ਤੋਂ ਬਚਨ ਨਿਕਲ ਗਿਆ। ਕਹਿਣ ਲੱਗੇ ਕਮਲੀਏ, ਮੈਨੂੰ ਤੇ ਥਾਂ ਮਿਲ ਗਈ ਹੈ। ਉਹਨੇ ਆਖਿਆ ਸੀ ਨਾ ਅਮਰੂ ਨਥਾਵਾਂ, ਇਹ ਬਚਨ ਅੱਧਾ ਨਾਮ ਲਿਆ ਸੀ ਸਤਿਗੁਰਾਂ ਦਾ। ਤੇ ਮਹਾਰਾਜ ਕਹਿੰਦੇ ਸਾਨੂੰ ਤੇ ਥਾਂ ਮਿਲ ਗਈ ਗੁਰੂ ਸਾਹਿਬ ਦੇ ਚਰਨਾਂ ਵਿੱਚ। ਇਹ ਕਮਲੀ ਕਹਿਣ ਦੀ ਦੇਰ ਸੀ, ਉਸੇ ਵੇਲੇ ਚੀਕਾਂ ਮਾਰਨ ਲੱਗ ਪਈ। ਸਿਰ ਤੇ ਵਾਲ ਖਿਲਾਰ ਲਏ, ਕੱਪੜੇ ਪਾੜੇ, ਝੱਲੀ ਹੋ ਗਈ। ਉਹਦਾ ਘਰ ਵਾਲਾ ਉਹਨੂੰ ਲੈ ਕੇ ਦਿਨ ਚੜ੍ਹੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੋਲ ਆਇਆ। ਆ ਕੇ ਆਪਣੀ ਘਰਵਾਲੀ ਨੂੰ ਗੁਰੂ ਚਰਨਾਂ 'ਚ ਮੱਥਾ ਟਿਕਾਇਆ। ਕਹਿਣ ਲੱਗਾ, ਮਹਾਰਾਜ ਇਹਨੂੰ ਬਖਸ਼ੋ, ਇਹਨੇ ਰਾਤ ਤੁਹਾਡੇ ਸੇਵਕ ਨੂੰ ਏਦਾਂ ਬਚਨ ਅੱਧਾ ਨਾਂ ਲੈ ਕੇ ਬੋਲੀ ਸੀ ਤੇ ਉਹਨਾਂ ਦੇ ਮੁਖ ਤੋਂ ਬਚਨ ਨਿਕਲ ਗਿਆ, ਕਮਲੀਏ। ਇਹ ਉਦੋਂ ਦੀ ਕਮਲੀ ਹੋ ਗਈ ਹੈ, ਚੀਕਾਂ ਮਾਰਦੀ ਹੈ, ਕੱਪੜੇ ਪਾੜਦੀ ਹੈ, ਖਾਣ ਨੂੰ ਪੈਂਦੀ ਹੈ। ਮਹਾਰਾਜ ਇਹਨੂੰ ਕਿਰਪਾ ਕਰੋ, ਬਖਸ਼ ਦਿਓ, ਰਾਜੀ ਕਰ ਦਿਓ। ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ, ਜਿਨ੍ਹਾਂ ਦੀ ਅਵੱਗਿਆ ਕੀਤੀ ਉਹਨਾਂ ਕੋਲੋਂ ਮਾਫੀ ਮੰਗਣੀ ਪੈਣੀ ਹੈ। ਗੁਰੂ ਆਪਣੇ ਸੇਵਕ ਨੂੰ ਵਡਿਆਈ ਦਿੰਦਾ ਹੈ। ਜਾਓ ਸ੍ਰੀ ਅਮਰਦਾਸ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰੋ, ਇਹ ਬਖਸ਼ੀ ਜਾਏਗੀ। ਜਦੋਂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਰਾਜੀ ਹੋ ਗਈ। ਸਾਧ ਸੰਗਤ ਜੀ, ਗੁਰੂ ਅਮਰਦਾਸ ਕੀ ਅਕਥ ਕਥਾ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡੀ ਵਡਿਆਈ ਦੇ ਮਾਲਕ ਆਪ ਜੀ 12 ਸਾਲ ਗੁਰਦੇਵ ਦੀ ਸੇਵਾ ਕੀਤੀ ਹੈ। ਔਰ ਫਿਰ ਸਾਧ ਸੰਗਤ ਜੀ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਪਰਮੇਸ਼ਰ ਦੀ ਪ੍ਰਾਪਤੀ, ਸਰੂਪ ਦੀ ਪ੍ਰਾਪਤੀ ਹੋ ਗਈ। ਆਪਾ ਭਾਵ ਖਤਮ ਹੋ ਗਿਆ। ਮੈਂ ਮਰ ਗਈ। ਜਦੋਂ ਬੰਦੇ ਦੀ ਮੈਂ ਮਰ ਜਾਂਦੀ ਹੈ ਨਾ, ਉਦੋਂ ਬੰਦਾ ਰੱਬ ਬਣ ਜਾਂਦਾ ਹੈ। ਖੁਦੀ ਤੇ ਖੁਦਾ ਦੋ ਹੀ ਚੀਜ਼ਾਂ ਨੇ। ਖੁਦੀ ਮੈਨੇ ਮੈਂ, ਹਉਮੈ, ਹੰਕਾਰ, ਮੈਂ ਫਲਾਣਾ ਬੰਦਾ ਹਾਂ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਜੱਟ ਹਾਂ, ਮੈਂ ਬਾਣੀਆ ਹਾਂ, ਮੈਂ ਖੱਤਰੀ ਹਾਂ, ਮੈਂ ਬਾਹਮਣ ਹਾਂ, ਮੈਂ ਸ਼ੂਦਰ ਹਾਂ, ਮੈਂ ਵੈਸ਼ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੋਟਾ ਆ, ਮੈਂ ਪਤਲਾ ਆ, ਮੈਂ ਗੋਰਾ ਆ, ਮੈਂ ਕਾਲਾ ਆ, ਮਧਰਾ ਆ, ਮੈਂ ਲੰਮਾ ਆ। ਕੋਈ ਨਾ ਕੋਈ ਤਾਂ ਮੈਂ ਹਰ ਜਗ੍ਹਾ ਤੇ। ਮੈਂ ਕਥਾਵਾਚਕ ਹਾਂ, ਮੈਂ ਗ੍ਰੰਥੀ ਹਾਂ, ਮੈਂ ਰਾਗੀ ਹਾਂ, ਹਰ ਜਗ੍ਹਾ ਤੇ ਕੰਡਾ ਲੜਕਦਾ ਖੁ ਸਤਿਨਾਮ ਸ੍ਰੀ ਵਾਹਿਗੁਰੂ। ਆਹਾ ਮਹਾਰਾਜ ਕਹਿੰਦੇ, ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ।
ਜਮਕਾਲ ਸਹਿ ਸਿਰ ਡੰਡਾ ਹੈ। ਉਹ ਜਿਹੜਾ ਕੰਡਾ ਨਾ ਰੜਕਦਾ ਰਹਿੰਦਾ, ਬੰਦੇ ਦੇ ਅੰਦਰੋਂ ਨਿਕਲਦਾ ਨਹੀਂ। ਜੇ ਕਿਤੇ ਨਿਕਲ ਜਾਵੇ, ਇਹ ਜੇ ਹੀ ਬੜੀ ਕਠਿਨ ਹੈ, ਸਭ ਤੋਂ ਔਖੀ ਜੇ ਹੀ ਹੈ। ਇਹਦਾ ਹੱਲ ਕੋਈ ਨਹੀਂ ਗੁਰੂ ਦੀ ਕਿਰਪਾ ਤੋਂ ਬਿਨਾਂ। ਇਹ ਜਾਂਦੀ ਨਹੀਂ, ਮੈਂ ਨਹੀਂ ਜਾਂਦੀ, ਹਉਮੈ ਨਹੀਂ ਜਾਂਦੀ। ਹਉਮੈ ਜਾਈ ਤਾਂ ਕੰਧ ਸਮਾਈ। ਮਹਾਰਾਜ ਕਹਿੰਦੇ ਖੁਦੀ ਮਿੱਟੀ ਤਬ ਸੁਖ ਭਏ, ਮਨ ਤਨ ਭਏ ਅਰੋਗ। ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਜੋਗ। ਜਦੋਂ ਇਨਸਾਨ ਦਾ ਮੈਂ ਪੁਣਾ ਮਿਟ ਜਾਂਦਾ ਹੈ, ਖਤਮ ਹੋ ਜਾਂਦੀ ਹੈ ਹਉਮੈ, ਉਦੋਂ ਉਹਦੇ ਅੰਦਰ ਹੀ ਉਹਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ। ਜਿਹੜਾ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਉਂਦਾ ਹੈ, ਨਾ ਜਾਂਦਾ ਹੈ, ਉਹਦੇ ਆਸਰੇ ਤੇ ਆ ਸਾਰਾ ਕੁਝ ਚੱਲ ਰਿਹਾ ਹੈ। ਸਾਧ ਸੰਗਤ ਜੀ, ਇਹ ਜਿਹੜਾ ਮਨ ਹੈ ਫੁਰਨੇ ਕਰਦਾ ਹੈ, ਬੁੱਧੀ ਨਿਰਣੇ ਕਰਦੀ ਹੈ, ਇਹ ਆਪਣੇ ਆਪ ਨਹੀਂ ਕਰ ਸਕਦੇ। ਜੜ ਪਦਾਰਥ ਕੋਈ ਵੀ ਕੁਝ ਨਹੀਂ ਕਰ ਸਕਦਾ ਚੇਤਨ ਦੀ ਸੱਤਾ ਤੋਂ ਬਿਨਾਂ। ਉਹ ਚੇਤਨ ਅਕਾਲ ਪੁਰਖ ਵਾਹਿਗੁਰੂ ਅੰਦਰ ਬੈਠਾ ਹੈ। ਸਭ ਦੇ ਅੰਦਰ ਅੱਖਾਂ ਦੇਖਣ ਲੱਗ ਜਾਂਦੀਆਂ ਹਨ, ਕੰਨ ਸੁਣਨ ਲੱਗ ਜਾਂਦੇ ਹਨ, ਜੀਭ ਬੋਲਣ ਲੱਗ ਜਾਂਦੀ ਹੈ, ਰਸਤੇ ਨੱਕ ਸੁੰਘਣ ਲੱਗ ਜਾਂਦੀ ਹੈ, ਚਮੜੀ ਛੂਹਣ ਲੱਗ ਜਾਂਦੀ ਹੈ, ਹੱਥ ਪੈਰ ਕੰਮਕਾਰ ਕਰਦੇ ਹਨ। ਜੇ ਉਸ ਚੇਤਨ ਸੱਤਾ ਵਿੱਚੋਂ ਨਿਕਲ ਜਾਵੇ, ਉਹ ਜੋਤ ਅਕਾਲ ਪੁਰਖ ਦੀ ਇਸ ਸਰੀਰ ਵਿੱਚੋਂ ਬਾਹਰ ਹੋਵੇ, ਇਹ ਸਾਰਾ ਕੁਝ ਹੀ ਮਿੱਟੀ ਦੀ ਢੇਰੀ ਬਣ ਜਾਂਦਾ ਹੈ। ਫਿਰ ਨਾ ਇਹ ਦੇਖ ਸਕੇ, ਨਾ ਸੁਣ ਸਕੇ, ਨਾ ਬੋਲ ਸਕੇ, ਨਾ ਤੁਰ ਸਕੇ, ਨਾ ਖਾ ਪੀ ਸਕੇ। ਫਿਰ ਸਾਰੀ ਕਿਰਿਆ ਬੰਦ ਹੋ ਜਾਂਦੀ ਹੈ। ਉਸ ਜੋਤ ਤੱਕ ਪਹੁੰਚਣ ਦੇ ਲਈ ਇੱਕੋ ਹੀ ਕੰਧ ਟੱਪਣੀ ਪੈਂਦੀ ਹੈ, ਉਹ ਹਉਮੈ ਦੀ ਕੰਧ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਸ ਕੰਧ ਨੂੰ ਟੱਪ ਚੁੱਕੇ ਸਨ। ਇਸ ਕਰਕੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਗਲ ਨਾਲ ਲਾ ਕੇ ਆਪਣੇ ਵਰਗਾ ਹੀ ਬਣਾ ਲਿਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਵਡਿਆਈ ਹੈ। ਉਹਨਾਂ ਦੀ ਵਡਿਆਈ ਨੂੰ ਭੱਟਾਂ ਦੇ ਸਵਈਆਂ ਵਿੱਚ ਭੱਟ ਸਾਹਿਬਾਨਾਂ ਨੇ ਲਿਖਿਆ ਹੈ। ਕਹਿੰਦੇ ਘਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਨਾ ਗਨੰਤ ਨਾ ਆਵੈ। ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। रुद्र ध्यान ज्ञान सतगुर के, कब जन पल उन्हें जो गावै। भले अमरदास गुण तेरे, तेरी उपमा तोए बन आवे। हे गुरु अमरदास महाराज जी, जे संसार दे विच कुछ चीज़ां ऐसियां ने गिणियां नहीं जा सकदियां, पर जे कोई गिण लवे, ਕਹਿੰਦੇ ਜੇ ਕੋਈ ਗਿਣ ਲਵੇ। ਹੁਣ ਕਹਿੰਦੇ ਵੀ ਗੰਗਾ ਦੀਆਂ ਤਰੰਗਾਂ ਲਹਿਰਾਂ ਜਿਹੜੀਆਂ ਨੇ, ਗੰਗ ਤਰੰਗ, ਗੰਗਾ ਦੀਆਂ ਲਹਿਰਾਂ ਗਿਣ ਲੇਗਾ ਕੋਈ? ਕਨਹਰ ਬੂੰਦ, ਬੱਦਲ ਦੀਆਂ ਬੂੰਦਾਂ ਗਿਣ ਲੇਗਾ ਕੋਈ? ਨਹੀਂ ਗਿਣੀਆਂ ਜਾਂਦੀਆਂ। ਕਿੰਨੀਆਂ ਬਰਸਾਤ ਵਿੱਚ ਕਣੀਆਂ ਪੈਂਦੀਆਂ ਨੇ, ਕੋਈ ਗਿਣ ਲੇਗਾ? ਕਹਿੰਦੇ ਨਹੀਂ ਗਿਣੀਆਂ ਜਾ ਸਕਦੀ। ਕਨਹਰ ਬੂੰਦ ਬਸੋ ਰੋਮਾਵਲ, ਬਸੂ ਕਹਿੰਦੇ ਧਰਤੀ ਨੂੰ, ਬਸੂਦਾ ਧਰਤੀ, ਇਹਦੇ ਰੋਮ ਕੋਈ ਗਿਣ ਲੇਗਾ? ਧਰਤੀ ਦੇ ਰੋਮ ਕਿੰਨੇ? ਰੋਮ ਤਾਂ ਸਾਡੇ ਬੰਦੇ ਦੇ ਨਹੀਂ ਗਿਣੇ ਜਾਂਦੇ, ਦਾੜੇ ਦੇ ਗਿਣੇ ਨਹੀਂ ਜਾਂਦੇ, ਹੱਥਾਂ ਦੇ ਨਹੀਂ ਗਿਣੇ ਜਾਂਦੇ। ਕਿੰਨੇ ਕੁ ਰੋਮ ਨੇ? ਧਰਤੀ ਦੇ ਰੋਮ ਕਿੰਨੇ ਨੇ? ਧਰਤੀ ਦੇ ਰੋਮ ਆ ਜਿੰਨਾ ਘਾਹ ਤੋਂ ਲੈ ਕੇ ਚੰਦਨ ਤੱਕ ਹੈ ਨਾ, ਸਾਰੇ ਧਰਤੀ ਦੇ ਰੋਮ ਹਨ। ਜਿੰਨੀ ਬਨਸਪਤੀ ਹੈ, ਜਿੰਨੇ ਦਰਖਤ ਹਨ, ਜਿੰਨੇ ਕਾਨੇ ਹਨ, ਜਿੰਨੇ ਘਾਹ ਬੂਟੇ ਹਨ, ਕਹਿੰਦੇ ਗਿਣ ਲੇਗਾ ਕੋਈ? ਨਹੀਂ ਨਾ ਗਿਣ ਸਕਦਾ। ਕਹਿੰਦੇ ਫਿਰ ਗੰਗਾ ਦੀਆਂ ਲਹਿਰਾਂ ਨੂੰ ਗਿਣ ਲੇਗਾ ਕੋਈ? ਕਹਿੰਦੇ ਨਹੀਂ ਗਿਣ ਸਕਦਾ। ਕਹਿੰਦੇ ਸੂਰਜ ਦੀਆਂ ਕਿਰਨਾਂ ਨੂੰ ਗਿਣ ਲੇਗਾ ਕੋਈ? ਨਹੀਂ ਗਿਣ ਸਕਦਾ। ਕਹਿੰਦੇ ਚੰਦਰਮਾ ਦੀਆਂ ਰਿਸ਼ਮਾਂ ਨੂੰ ਕੋਈ ਗਿਣ ਲੇਗਾ? ਕਹਿੰਦੇ ਨਹੀਂ ਗਿਣ ਸਕਦਾ। ਤੇ ਕਹਿੰਦੇ ਸਮੁੰਦਰ 'ਚ ਪਾਣੀ ਕਿੰਨਾ ਹੈ, ਕੋਈ ਮਿਣ ਲੇਗਾ? ਕਹਿੰਦੇ ਨਹੀਂ ਮਿਣ ਸਕਦਾ। ਤੇ ਕਹਿੰਦੇ ਇਸੇ ਤਰ੍ਹਾਂ ਹੀ ਸ਼ਿਵ ਜੀ ਦਾ ਧਿਆਨ ਕਿੰਨਾ ਡੂੰਘਾ ਗਿਆ ਹੈ। ਸ਼ਿਵ ਜੀ ਭਗਵਾਨ ਸਮਾਧੀ ਲਾ ਕੇ ਬੈਠਦੇ ਨੇ, ਦੁਨੀਆ ਪੈਦਾ ਹੋ ਕੇ ਖਤਮ ਹੋ ਜਾਂਦੀ ਹੈ, ਉਹਨਾਂ ਦੀ ਸਮਾਧੀ ਨਹੀਂ ਖੁੱਲ੍ਹਦੀ। ਕਰੋੜਾਂ ਸਾਲ, ਅਰਬਾਂ ਸਾਲ ਲੰਘ ਜਾਂਦੇ, ਸ਼ਿਵ ਜੀ ਮਹਾਰਾਜ ਆਪਣੀ ਧਿਆਨ ਸਮਾਧੀ 'ਚੋਂ ਬਾਹਰ ਹੀ ਨਹੀਂ ਆਉਂਦੇ। ਕਹਿੰਦੇ ਸ਼ਿਵ ਜੀ ਦੇ ਧਿਆਨ ਦੀ ਡੂੰਘਾਈ ਕੋਈ ਜਾਣ ਲਵੇਗਾ? ਕਹਿੰਦੇ ਫਿਰ ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੇ, ਸਤਿਗੁਰੂ ਜੀ ਦੇ ਗਿਆਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅੰਤ ਪਾ ਲੇਗਾ ਕੋਈ? ਨਹੀਂ ਪਾ ਸਕਦਾ। ਆਖੋ ਸਤਿਨਾਮ ਸ੍ਰੀ ਰੁਦਰ ਧਿਆਨ ਗਿਆਨ ਸਤਿਗੁਰ ਕੇ।
कब जन भल उन्हें जो गावे। कहते हो तो नहीं सकदियां ये गल्लां, पर जे कोई कर लवे। आखो श्री वाहिगुरू। मान लो सपोज करो जे कोई बदल दियां बूंदां गिन लवे, सपोज करो जे कोई गंगा दियां लहरां गिन लवे, कोई धरती दे रोम गिन लवे, कोई समुंदर दा पानी मिल लवे, कोई शिव जी दे ध्यान दा अंत पा लवे, गुरु दे ज्ञान दा भी अंत पा लवे, पर गुरु अमरदास महाराज सच्चे पातशाह जी तेरी उपमा तोए बनिया। तुहाडे वर्गा नहीं बन सकदा, तुहाडा अंत नहीं पा सकदा, तुहाडे गुणां नूं कोई मिण नहीं सकदा। ऐसे गरीब नवाज सतगुरु अमरदास साहब जी दे बारे भट्टां ने सवैये लिखे हन। एक दो सवैयां दी विचार संगतां नाल सांझी करके समाप्ति करांगे। आओ मन बिरतियां गुरु अमरदास साहब जी दे चरनां नाल जोड़िए, प्यार विच आके आखिए सतनाम वाहेगुरु साहिब जी, सतनाम श्री वाहेगुरु साहिब जी। गुर अमरदास परसिया पोहम पातिक विनाशे। गुरु अमरदास परसिया, परसिया मैंने छूना। कहते ना दर्शन ते परसन, दर्शन अखां नाल कीते जांदे आ, परसन हत्थां नाल चरण छूए जांदे आ। कहते जे गुरु अमरदास महाराज नूं छू ले कोई, छूण दा मतलब ये नहीं भी हत्थां नाल ही छूणा, सुरती नाल छू लवे। आखो श्री वाहिगुरू। हत्थां नाल छूणा इन्ना वैल्यू नहीं रखदा जिन्ना सुरती नाल छूया जावे, ध्यान नाल छूया जावे। अपनी सुरती गुरु अमरदास दे चरनां नाल कोई जोड़ लवे। गुरु अमरदास परसी है। कहते जिथे जिथे गुरु अमरदास महाराज दे चरण पए ने, जिथे जिथे उन्हां दे चरण परसे ने, जिथे जाए बह मेरा सतगुरु सो थान सुहावा राम राजे। पोहम पातक विनाश है। पोहम पोहमी, पोहमी भूमि, पंजाबी च भूमि कहने आ, भूमि समझने आ, पर संस्कृत शब्द है पोहमी। पप्पे नूं औंकड़, हाहा, मम्मे नूं बिहारी आंदी है, सिहारी भी आंदी है। पोहमी। गुरु अमरदास महाराज सच्चे पातशाह जी जेड़ी धरती नूं छू जाण, जेड़ी धरती दे चरण पा देण, उस धरती दे पोहम पातक विनाश है, पाप नाश हो जाते हैं। उस धरती दे पाप, धरती दे भी पाप होंदे आ। आखो श्री वाहिगुरू। कोई धरती ऐसी होंदी है जिथे तुसी जाओ मन एकदम ठंडा हो जाएगा, मन शांत हो जाएगा, मन बड़ा प्रसन्न होवेगा। कोई धरती ऐसी होंदी है जिथे पापी लोगों ने इन्ने पाप कीते ने, उत्थे जाके मन बेचैन हो जाएगा, परेशान हो जाएगा, मन दे विच ख्याल माड़े आने शुरू हो जाणगे। धरती का बड़ा असर हुंदा है। पर गुरु अमरदास जेड़ी धरती दे पैर रख देण, जिथे वो अपना चरण पा देण, उस धरती दे पाप बिनस जाते। आ जिहड़ी गोइंदवाल साहब की धरती है जिथे पातशाह ने चरण पाए ने, इहदा की इतिहास है भला? यह भी पापां की धरती सी। इत्थे भूत प्रेत जिन बताल माड़ियां रूहां रहिंदियां सन। जिहड़ियां रूहां की गति नहीं सी होई, वो रूहां इत्थे रहिंदियां सन। प्रेत आत्मावां इत्थे रहिंदियां सन। माड़ियां रूहां तो तंग आके गोंदा खत्री इस धरती का मालक श्री गुरु अमरदास साहब जी को, गुरु अंगद देव साहब जी को खंडूर साहब पहुंचया, चरनां च नमस्कार कीती, मत्था टेकिया, कहन लगा गरीब नवाज पातशाह, मैं बड़ा दुखी हाँ, गुरु नानक दे घर की शोभा सुन के आया, जे तुसी किरपा करो मेरा दुख दूर करो। मेरे पिंड दे विच बड़े भूत प्रेत जिन बताल वड़ गए ने। महाराज मेरी धरती बड़ी बदनसीब धरती है, उत्थे असी कंधा खड़ियां करते हैं भी कल नूं छत पावांगे। रात नूं माड़ियां रूहां भूत प्रेत जिन बताल आउंदे ने, क्योंकि साध संगत जी बाणी विच बचन आउंदा, कई कोट भूत प्रेत सूकर मिरगाच, एक दो नहीं हन,
आ जिन्ने बंदे दुनिया दे तुरे फिरते ने ना दो पैरां वाले, इहदे नालों बहुत ज़्यादा गुप्त पर आत्मावां फिरदियां ने जिन्हां दी अजे मुक्ति नहीं हुई, जिहड़ियां नूं थां ठिकाणा नहीं मिलदा, जिहड़े नाम नहीं जपदे, सिमरन नहीं करदे, अपने मकानां कोठियां वाल ही वेखी जांदे है भी आह मकान बड़ा वधिया मैं बनाया, इदों वड्डी कोठी होर बनानी है। वो कोठियां पांदे 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 जदों मर जांदे आ, मरन लग्गियां ध्यान कोठियां विच ही रह जांदा है। फिर साहब जी कहंदे अंत काल जे मंदिर सिमरै, ऐसी चिंता मैं जे मरै, प्रेत जोन वल वल अवतरै। वो प्रेत आत्मा बन के भटकदे रहिंदे है, माड़ियां जूनां च पै जांदे है। वो प्रेत मेरे पिंड च आ गए गुरु जी, जदों असीं कंधां खड़ियां करदे हां, कल नूं छत पावांगे, ਉਹ ਰਾਤ ਨੂੰ ਕੰਧਾਂ ਢਾਹ ਜਾਂਦੇ ਆ। ਕਿਸੇ ਦਾ ਮਾਲ ਡੰਗਰ ਸੁਖੀ ਨਹੀਂ ਰਹਿਣ ਦਿੰਦੇ, ਘਰ ਕਲੇਸ਼ ਪਿਆ ਹੁੰਦਾ, ਪਤੀ ਪਤਨੀ ਆਪਸ 'ਚ ਲੜੀ ਜਾਂਦੇ ਆ। ਸਾਡਾ ਪਿੰਡ ਵਸਣ 'ਚ ਨਹੀਂ ਆਉਂਦਾ। ਜੇ ਮਾੜੀ ਜਿਹੀ ਤਰੱਕੀ ਹੋਣ ਲੱਗਦੀ ਹੈ ਤੇ ਕੋਈ ਨਾ ਕੋਈ ਵਿਘਨ ਪੈ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਗੋਂਦਿਆ, ਇਹ ਗੁਰੂ ਨਾਨਕ ਦਾ ਦਰਬਾਰ ਹੈ, ਅਸੀਂ ਜਿਹੜੀ ਗੱਲ ਪੁੱਛਾਂਗੇ ਸੱਚ ਦੱਸੀ, झूठ ना बोलनी। ये दस झूठी कसम पाई सी, झूठी सौं चुकी सी? कहंदा हाँ महाराज मैं झूठी कसम पाई सी। महाराज कहंदे दस किथे पाई सी, सच दस। कहंदा जी साडा जमीन दा झगड़ा सी, भरावां दा शरीके दा, दो दावेदार सा, मैं भी सी दूजे भी सी। पार्टी दूजी पार्टी कहती जमीन साडी है, मैं कहना जमीन मेरी है। वड्डी अदालत विच मुकदमा चला गया, किसी नुकते नूं पुछया गया कसम पा के दसो, मैं क्या झूठी कसम पा के मैं अपना पक्ष पेश कर दिता, मैं मुकदमा जित गया, जमीन मेरी हो गई, पर झूठी कसम मैं पाई। महाराज कहंदे बस सारा पौड़ा उसे कसम ने पाया होया। ਜਿਹੜੀ ਤੂੰ ਝੂਠੀ ਕਸਮ ਪਾਈ ਹੈ ਨਾ, ਜਿੱਥੇ ਵੀ ਝੂਠ ਆ ਜਾਂਦਾ ਉੱਥੇ ਸੁੱਖ ਨਹੀਂ ਰਹਿੰਦਾ। ਤੇਰੇ ਘਰ 'ਚ ਇਹ ਜਿਹੜਾ ਵਿਘਨ ਪਿਆ ਤੇਰੀ ਝੂਠੀ ਕਸਮ, ਕਸਮ ਤੇ ਸੱਚੀ ਵੀ ਨਹੀਂ ਪਾਈ ਦੀ ਤੇ ਤੂੰ ਝੂਠੀ ਪਾ ਗਿਆ, ਬਹੁਤ ਮਾੜਾ ਕੀਤਾ। ਸਤਿਗੁਰੂ ਕਹਿਣ ਲੱਗੇ ਹੁਣ ਤੂੰ ਗੁਰੂ ਕੀ ਸ਼ਰਨ ਆਇਆ, ਹੁਣ ਤੇਰੇ ਮਸਲੇ ਦਾ ਹੱਲ ਕਰਾਂਗੇ, ਕਿਉਂਕਿ ਗੁਰੂ ਨਾਨਕ ਦਾ ਕੰਮ ਹੈ। ਸਾਧ ਸੰਗਤ ਜੀ ਜਿਵੇਂ ਡਾਕਟਰ ਦੇ ਕੋਲ ਕੋਈ ਕਿਸੇ ਤਰ੍ਹਾਂ ਵੀ ਜਾਵੇ, ਉਹਨੇ ਮਲਮ ਪੱਟੀ ਕਰਨੀ, ਭਾਵੇਂ ਕੋਈ ਸਿਰ ਪੜਵਾ ਕੇ ਆਵੇ, ਭਾਵੇਂ ਪਾੜ ਕੇ ਆਵੇ, ਡਾਕਟਰ ਨੇ ਤਾਂ ਇਲਾਜ ਕਰਨਾ ਨਾ। ਗੁਰੂ ਨੇ ਤਾਂ ਪਾਪੀਆਂ ਦਾ ਬੁਰਿਆਂ ਦਾ ਭਲਾ ਹੀ ਕਰਨਾ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਉਹ ਤੇ ਸਾਰੀ ਦੁਨੀਆ ਦਾ ਭਲਾ ਕਰਨ ਲਈ ਬੈਠੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਕਰਨ ਵਾਲੇ ਗੁਰੂ ਅੰਗਦ ਦੇਵ ਜੀ ਨੇ ਆਖਿਆ ਜਾਓ ਲੰਗਰ ਵਿੱਚੋਂ ਸਾਡੇ ਸੇਵਕ ਭਾਈ ਅਮਰਦਾਸ ਨੂੰ ਬੁਲਾ ਕੇ ਲਿਆਓ। ਉਦੋਂ ਗੁਰੂ ਨਹੀਂ ਸੀ ਬਣੇ, ਤੀਸਰੇ ਪਾਤਸ਼ਾਹ ਅਜੇ ਸੇਵਾ ਕਰਦੇ ਸਨ। ਬੁਲਾ ਕੇ ਕਹਿਣ ਲੱਗੇ ਪੁਰਖਾ ਆ ਸਾਡੇ ਹੱਥ ਦੀ ਛੜੀ ਲੈ ਜਾ, ਇਹ ਗੋਂਦੇ ਖੱਤਰੀ ਦੇ ਨਾਲ ਚਲਾ ਜਾ, ਤੇ ਜਿੱਧਰ ਜਾਓਗੇ ਨਾ ਤੁਸੀਂ, ਭੂਤ ਪ੍ਰੇਤ ਅੱਗੇ ਅੱਗੇ ਨੱਸਣਗੇ, ਕਿਉਂਕਿ ਸਾਧੂ ਦੀ ਕਮਾਈ ਨਾਮ ਜਪਣ ਵਾਲੇ ਦੀ, ਪਰਮੇਸ਼ਰ ਨਾਲ ਜੁੜ ਚੁੱਕੇ ਦੀ ਇੰਨੀ ਹੁੰਦੀ ਹੈ ਕਿ ਅਕਾਲ ਪੁਰਖ ਵੀ ਉਹਨਾਂ ਦੇ ਪਿੱਛੇ ਪਿੱਛੇ ਲੱਗਿਆ ਫਿਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜਿਨ੍ਹਾਂ ਦੇ ਪਿੱਛੇ ਰੱਬ ਲੱਗਾ ਫਿਰਦਾ ਉਹਨਾਂ ਤੋਂ ਭੂਤ ਪ੍ਰੇਤ ਜਿੰਨ ਬਤਾਲ ਤਾਂ ਕੀ ਚੀਜ਼ ਨੇ ਜਿਹੜੇ ਨਹੀਂ ਨੱਸਣਗੇ। ਇਹ ਸਾਰੀਆਂ ਚੀਜ਼ਾਂ ਥੱਲੇ ਦੀਆਂ ਹਨ। ਬ੍ਰਹਮ ਗਿਆਨੀ ਮਹਾਂਪੁਰਸ਼ ਪਰਮੇਸ਼ਰ ਦਾ ਹੀ ਰੂਪ ਹੁੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਆਖਿਆ ਜਾਓ ਇਹਦੇ ਨਾਲ, ਇਹਦੇ ਦੁੱਖ ਦਲਿੱਦਰ ਕਲੇਸ਼ ਦੂਰ ਕਰ ਦਿਓ, ਉਹਦੀ ਨਗਰੀ ਚੋਂ ਮਾੜੀਆਂ ਰੂਹਾਂ ਦਾ ਖਾਤਮਾ ਕਰ ਦਿਓ, ਭਜਾ ਦਿਓ ਸਾਰਿਆਂ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਗੁਰਦੇਵ ਦਾ ਹੁਕਮ ਮੰਨ ਕੇ ਆਏ। ਜਦੋਂ ਗੋਇੰਦਵਾਲ ਸਾਹਿਬ ਦੇ ਬਾਜ਼ਾਰਾਂ ਵਿੱਚ ਗਲੀਆਂ ਵਿੱਚ ਚਰਨ ਪਾਏ, ਸਾਰੀਆਂ ਮਾੜੀਆਂ ਰੂਹਾਂ ਉੱਥੋਂ ਚਲੀਆਂ ਗਈਆਂ। ਉੱਥੇ ਦਾ ਆਨੰਦ ਬਣ ਗਿਆ, ਸਵਰਗ ਬਣ ਗਿਆ। ਗੋਂਦਾ ਕਹਿਣ ਲੱਗਾ ਮਹਾਂਪੁਰਸ਼ੋ ਇੱਥੇ ਹੀ ਰਹੋ, ਇਹ ਜਗ੍ਹਾ ਛੱਡ ਕੇ ਨਾ ਜਾਓ। ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹੁਕਮ ਲਾਇਆ ਵੀ ਤੁਸੀਂ ਉੱਥੇ ਹੀ ਆਪਣਾ ਪਰਿਵਾਰ ਸੱਦ ਲਓ, ਉੱਥੇ ਹੀ ਆਸਣ ਲਾ ਲਓ। ਤੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਵੀ ਟਿਕ ਗਏ ਸਨ, ਪਰ ਅਸਲੀ ਪਿੰਡ ਜਿਹੜਾ ਸੀ ਮਹਾਰਾਜ ਦਾ ਉਹ ਬਾਸਰ ਕੇ ਸੀ।
बासके गिल्लां श्री अमृतसर साहब वाले पासे, छेटा साहब वाले पासे उधर है। पर जिहड़ा 22 साल गुरता गद्दी ते समा गुजारिया वो श्री गोइंदवाल साहब ही गुजारिया। गोइंदवाल साहब नूं सिੱਖੀ ਦਾ ਧੁਰਾ बनाया। 84 ਲੱਖ ਜੂਨਾਂ ਤੋਂ जीव आत्मा का कल्याण करन लई 84 पौड़ियां दी बौली साहब उत्थे तैयार कीती है। मर्यादा बन्नी है उहदी कि सिख शरधा भावना नाल आवे। गुरु पातशाह दा बचन है ते एक बारी इशनान करके एक पौड़ी ते बह के जपजी साहब दा पाठ करे, फिर दूजा इशनान करके फिर दूजी पौड़ी ते जपजी साहब दा पाठ करे। 84 पौड़ियां ते जपजी साहब दा पाठ करे, उहदी 84 कट्टी जावेगी। ये वर गुरु अमरदास महाराज ने दिता उस बौली नूं। जिथे बौली तैयार कीती उथे गोइंदवाल साहब दे विच मर्यादा बन्नी भी लंगर गुरु का अतुट वरतेगा। जिहड़ा भी लंगर छकण गुरु के दर्शन करन आवे पहला लंगर छके, फिर उहदे ते किरपा होएगी, उहनूं दर्शन होणगे। ते साध संगत जी बेअंत संगतां गुरु साहब दे कोल आउंदियां दर्शन करन वास्ते पहला लंगर छकदियां, पहले पंगत पाछे संगत। हिंदुस्तान दा बादशाह अकबर भी आया, गुरु के लंगरां च प्रशादा छक के बड़ा निहाल होया। कहन लगा इन्नी दुनिया लंगर छक रही है, खर्चा कित्थों चलदा? इन्नी दुनिया इन्नी संगत लंगर छकदी है, महाराज मैनू हुक्म लाओ मैं कुछ पिंड जगीर दे दियां, गुरु का लंगर चलदा रहे। महाराज कहंदे ये लंगर तेरियां जगीरां नाल नहीं चलना, ये लंगर तां श्री गुरु नानक देव सच्चे पातशाह दे 20 रुपइयां दा लंगर है। टोट ना आवे वधो जाई, उन्हां दी किरपा नाल चलदा है। ये पैसे नाल माया नाल जगीरां जायदादां नाल नहीं चलदा। सो सच्चे पातशाह ऐसे त्यागी बैरागी जां बादशाह अकबर दी दित्ती जगीर भी नहीं प्रवान करते सी। फिर वो कहन लगा महाराज तुसी जगीर लंगर वास्ते नहीं लैंदे, चलो मैनू एक गल दसो, मैं तुहाडा पुत्र हाँ, तुसी मेरे पिता हो। महाराज कहंदे तां ठीक है तेरी गल, तू साडा पुत्र ही है। कहंदा जे मैं तुहाडा पुत्र हाँ ते बीबी भानी जिहड़ी है मेरी भैन लगदी है, तुहाडी बेटी मेरी भैन है। महाराज कहंदे ठीक है। कहंदा फिर भरा अपनी भैन नूं तां कुछ भेटा दे सकदा है ना। इस तरह ये जिहड़ी बीड़ बाबा बुढ़ा साहब वाली जमीन है, 12 पिंड भी लिखे ने, ये सारे साध संगत जी बीबी भानी दे नाम बादशाह अकबर लिखवा के दे गया सी गुरु घर नूं। महाराज गुरु अमरदास ऐसे त्यागी बैरागी सतगुरु सन कि साल दे विच 2 चोले ही सवांदे सन, एक धो लिया एक पा लिया, तीजा कपड़ा नहीं रखते सन। ते जदों फट जाते सी तां दूसरे चोले 2 सवांदे सी खत्तर दे। ते 1.5 गज का सिर ते परना हुंदा सी, एक चोला हुंदा सी, किली दे नाल फड़े होए सारा सारा दिन सिमरन करते रहिंदे, सारी सारी रात खड़ के सिमरन करी जाना। संगतां दर्शन करन आउंदियां ते साध संगत जी एक प्रेमा नाम दा कोढ़ी सीगा, खतरी बरादरी विचों सी, उहनूं कोढ़ हो गया सी ते कोढ़ नाल हथ पैर गल गए, शरीर उहदा बहुत खराब हो गया। ते कितों पता लगा गुरु की महिमा सुन के गोइंदवाल साहब आ गया जिहड़ा खिड़दा। गुरु साहब दे दर्शन अजे नहीं होए। जिहड़ी चुबारा साहब तो बौली साहब वाल गली जांदी है, उस गली दे विच खुंजे लग के बैठ गया। संगतां बौली 'च इशनान करके चुबारा साहब दर्शन करन आउंदियां, उन्हां संगतां दे दर्शन करदा रहिंदा। दर्शन करदिआं मन 'च होर प्रेम पैदा हो गया। जदों प्रेम पैदा हो गया, शरधा पैदा हो गई, तो सतगुरु पातशाह महाराज दी ऐसी रंगण लगी, ऐसा रंग चढ़िया भी वो उच्चा उच्चा गाण लग पिया। ते गांदा इको ही पंक्ति सी, गया कछोटा लदा मेरा गया कछोटा लदा, गया कछोटा लदा मेरा गया कछोटा लदा। गया कछोटा लता गावे।
यही गाना। सिख सुनते हैरान जे होंदे ते उन्होंने पूछते प्रेमिया की गाना, ਇਹਦਾ मतलब की है। वो अगों बोलता नहीं, उच्ची उच्ची गाना शुरू कर दिंदा। गांदियां गांदियां कई घंटे गा के ना जदों बेसुध हो के डिग पैंदा सौ जांदा, जदों उठदा फिर गाण लग जांदा। महीना 2 महीना इसे तरह लंघ गया। सिखां ने एक दिन आखिया गरीब नवाज, आप जी दे चुबारा साहब की सामणी गली दे विच एक कोड़ी बोरी विछा के बैठा है, ना किसी नाल बोलदा है ना किसी नूं दसदा है, ते बस एक गाना गांदा है। वो गांदा है बड़े उच्ची उच्ची गांदा है। ਉਹਦੇ गाने का सानू कोई पता नहीं की गांदा है, ਉਹਦੇ गाने के अर्थ नहीं पता लगते, उसके गाने का मीनिंग नहीं पता लगता। गया कछोटा लदा मेरा गया कछोटा लदा, गया कछोटा लदा मेरा गया कछोटा लदा, गया कछोटा लता मेरा गया कछोटा लता। गुरु अमरदास कहन लगे मैनू तो ਉਹਦੇ गाण की समझ आउंदी है, सानू आउंदी है। कहंदे समझ महाराज तुहानू समझ आउंदी है, की गांदा वो सानू भी दसो। महाराज कहंदे वो कहंदा कछोटा कहंदे ने कच्छ दा पड़दा, कछहरा भी आपां कह दिंने आ। कछहरा की करदा है, साडा पड़दा ही टकदा ना। कछोटे का मतलब है पड़दा। कछोटे का जब मीनिंग गहराई विच अर्थ लाओगे, अखरी अर्थ होर हुंदे ने ते उहदे भाव अर्थ होर हुंदे ने। आखो श्री वाहिगुरू। हुण कई वारी आपां अखरां दे अर्थां दे मगर लग जाइए तो गल समझ नहीं आउंदी। जिवें आपां पुछीए आखे जी गुरुद्वारा सिंह सभा काटरेट कित्थे है, वो कहते जी वो फलानी सड़क के उत्ते है। इवें कहांगे ना आपां, रोड का नाम दस देंगे फलाने रोड के उत्ते है, पर जिहदा अखरी अर्थ करो नहीं बनना। सड़क के उत्ते तां कारां चलदियां ने, गड्डियां चलदियां, गुरुद्वारा उहदे उत्ते किवें बन गया? तां फिर उहदे अर्थ करना पैंदा भी किनारे दे उत्ते है, सड़क के उत्ते नहीं, सड़क के किनारे ते। जिवें आपां कहंदे आ भी और लाल दौड़दा पिया, हुण लाल दा रंग है, लाल रंग तो दौड़ नहीं सकता, तो फिर सियाणे उहदा अर्थ कर लैणगे भी लाल रंग दा घोड़ा दौड़ रहा है, जां लाल सिंह नां दा बंदा दौड़ रहा है। यही कहांगे ना, सीधे अर्थ नहीं बनते। कछोटे का अर्थ सीधा तो है कछहरा, पर जे उहदा जिथे वो गा रहा, जिहड़े अर्थां च वो गा रहा उत्थे उहदे अर्थां च है भी मेरा शरीर रूपी पड़दा, जिहड़ी स्किन सी ना वो कोड़ दे नाल खराब हो चुकी सी, वो मेरी चमड़ी जिहड़ी सी ना वो वापस मिल गया मैनू पड़दा। सिख कहन लगे महाराज अजे तो वह कोड़ ठीक नहीं होया, अजे तो उदा ही हथ पैर गले हुए ने, तो वह कहता मैनू लभ भी गया मिल भी गया। महाराज कहते उन्होंने विश्वास हो गया भी जेड़े घर च मैं आ गया इथों काम बनना ही बनना। आखो सतनाम श्री वाहिगुरू। जाके मन विश्वास प्रभ आया, तत् ज्ञान तिस मन प्रगटाया। भरोसा बड़ी बड़ी शक्ति है, ਉਹਦੇ अंदर विश्वास है भी जेड़े घर च मैं आ गया गुरु अमरदास महाराज ये मैनू खाली नहीं मोड़नगे। सिखा ने आख्या गरीब नवाज जे ਉਹਦੇ मन च इन्ना भरोसा है, इन्ना विश्वास है, फिर ਉਹਦੇ ते किरपा करो, ਉਹਨੂੰ राजी करो। महाराज कहते चंगा फिर जाओ ਉਹਨੂੰ बौली साहब जी इशनान करा के ना ते ਉਹਦੇ सारे शरीर ਨੂੰ कपड़े नाल ढक के लियाओ, हत्थां तो पैरां तो सारा ਉਹਦਾ शरीर इदां चादर च लपेट लो जिवें पुराने जमाने विच लड़की नूं विआहना हुंदा सी ना ते दोहरा घुंड कढ दिंदे सी, हत्थ भी विच लुको लैंदे सी। ते हुण तां जमाना 20-30 साल तो बड़ा बदल गया। असीं देखिया भी कुड़ी नूं विचारी नूं रस्ता नहीं सी दिसदा, इन्ना दोहरा घुंड कढिया हुंदा सी पिंडां विच। ते महाराज कहंदे इदां ओहनूं घुंड जा कढ के लैके आओ। ओहनूं जाके बौली साहब इशनान कराया ते सारा शरीर उहदा ढक के गुरु साहब गुरु अमरदास साहब दे सामने ले आंदा। महाराज ने उहदा घुंड जिहा चुक्या ते अपने नेत्र उहदे नेत्रां च पाते। किरपा कटाख अवलोकन कीनो
दास का दुख विदारियो। सारे ही दुख दलिद्र खत्म करते, सोने वर्गी काया करती। कहने लगे खड़ा हो जरा। वो जदों खलोता तो 6-6.5 फुट का लम्मा उच्चा सोहना जवान गभरू नौजवान ते सच्चे पातशाह कहते प्रेमिया तेरा शरीर ते मुरारी वर्गा हो गया। तेरा शरीर मुरारी, मुरारी भगवान श्री कृष्ण जी महाराज नूं कृष्ण मुरारी कहने। उन्हां दा शरीर बड़ा सुंदर सी, रंग तां सांवला सी पर उन्हां दे नैण नक्शे जिहड़े 32 लक्षण कहंदे शरीर च हुंदे है ना, उन्हां दे वो सारे 16 कला 32 लक्षण ते सारियां उन्हां विच शक्तियां सन। वो तेरा शरीर ते उन्हां वर्गा हो गया, मुरारी वर्गा हो गया। तेरा नाम मुरारी रख दईए। वो कहंदा महाराज माँ बाप ही ना रखदे हुंदे बच्चे दा, तुसीं हुण मेरा माँ बाप सब कुछ, मेरा नां जो मर्जी रख दिओ। महाराज कहंदे प्रेमिया अज तो बाद तेरा नाम मुरारी। प्रेमे कोड़ी दा नाम बदल के गुरु साहब जी ने मुरारी रख दिता। तो जदों मुरारी दा नां रख के उहनूं वेख्या कहण लगे तेरा विआह कर दईए। वो कहंदा जी मां प्यो ही करदे हुंदे आ। महाराज कहंदे भाई कोई सिखो आओ अपनी बेटी दा रिश्ता दिओ। एक सिख सी कहण लगा महाराज मेरी लड़की मत्थो विआहण जोगी है, वो इहदे लड़ ला दिओ। महाराज ने मत्थो नाम दी लड़की सी, ओहदा दोवां दा उत्थे विआह करता। ओहदी मां जिहड़ी सी ना वो आटा गुंदी लंगर च मत्थो दी, ਉਹਨੂੰ ਕਿਸੇ ਨੇ ਦੱਸਿਆ नहीं तेरी कुड़ी ਦਾ ਤਾਂ गुरु साहब ने विआह ਉੱਥੇ ਉਹਦਾ ਕੋੜੀ ਬੈਠਾ ਸੀ ਨਾ ਗਲੀ ਦੇ ਵਿੱਚ ਉਹਦੇ ਨਾਲ ਕਰ ਦਿੱਤਾ। ਉਹਦਾ ਮਾਈ ਭੱਜੀ ਆਈ ਦੌੜੀ ਵੀ ਇਹ ਕੀ ਕਰਤਾ गुरु साहब ने। ਅੱਗੇ ਆ ਕੇ ਵੇਖਿਆ ਤੇ ਉਹ ਬੜਾ ਸੋਹਣਾ ਸੁਨੱਖਾ ਰਾਜੀ ਬਾਜੀ ਜਵਾਨ ਖੜਾ। ਫਿਰ ਥੋੜੀ ਠਠੰਬਰ ਜੀ ਗਈ, ਕਹਿੰਦੀ ਮਹਾਰਾਜ ਚਲੋ ਠੀਕ ਤੇ ਤੁਸੀਂ ਇਹਨੂੰ ਕਰ ਦਿੱਤਾ, ਇਹਦਾ ਘਰ-ਬਾਰ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਕੋਈ ਪੁੱਛਿਆ ਨਹੀਂ ਕਿੱਥੋਂ ਦਾ ਹੈ, ਇਹਦੀ ਜਾਤ ਬਰਾਦਰੀ ਕੀ ਹੈ, ਇਹਦਾ ਮਹਾਰਾਜ ਮਾਂ ਪਿਓ ਕੌਣ, ਪਿੰਡ ਘਰ ਕਿੱਥੇ ਹੈ। ਗੁਰੂ ਅਮਰਦਾਸ ਕਹਿੰਦੇ ਇਹਦਾ ਪਿਓ ਵੀ ਮੈਂ, ਇਹਦੀ ਮਾਂ ਵੀ ਮੈਂ, ਇਹਦੀ ਜਾਤ ਵੀ ਮੈਂ, ਇਹਦਾ ਪਿੰਡ ਵੀ ਮੈਂ, ਇਹਦਾ ਘਰ ਵੀ, ਇਹਦਾ ਬਾਹਰ ਵੀ, ਇਹਦਾ ਲੋਕ ਵੀ ਮੈਂ, ਪਰਲੋਕ ਵੀ ਮੈਂ ਹੀ ਹਾਂ। ਆਖੋ ਸ੍ਰੀ ਵਾਹਿਗੁਰੂ। ਤੂੰ ਘਬਰਾ ਨਾ, ਤੇਰੀ ਲੜਕੀ ਮੇਰੇ ਘਰ ਵਿਆਹੀ ਗਈ, तेरी लड़की का नाम पहला बोलिया जाएगा तो यदा बाद च बोलिया जाएगा। मत्थो मुरारी, मत्थो मुरारी की जोड़ी होगी। 22 मंजियां गुरु अमरदास साहब ने स्थापित कीतियां ना, उन्हां विचों एक मंजी है मत्थो मुरारी दी। रोहतक शहर दे विच दिल्ली दे कोल रोहतक है, उत्थे उन्हां दी गद्दी हुण भी चलती है। मत्थो मुरारी दी ये गद्दी चलेगी, सिक्खी का प्रचार करनगे, बाणी नाल जोड़नगे, पहला तेरी नां लड़की का नाम बोलेगा। ऐसे सी गुरु अमरदास महाराज जिन्हां ने साध संगत दी धरती दे भी पाप कट दिते हन। गुरु अमरदास परसिया सिद्ध साधक आसास है। गुरु अमरदास साहब जी महाराज जिन्हां नूं मिल गए हन, जिन्हां दे सिर ते गुरु अमरदास ने हथ रख दिता है, उन्हां बंदियां तो सिद्ध साधक भी आसा करदे भी साडे काम सवार देणगे। सिद्ध कहंदे जिहड़ा साध संगत जी अपनी साधना करके अपनी सिद्धि नूं पा चुका है। साधक कहंदे ने जिहड़ा अजे साधना कर रहा है, जिहड़ा पूर्ण हो चुका है और जिहड़ा भगती कर रहा है, दोवें ही गुरु दे सिखां तो आस रखदे हन। गुरु अमरदास परसिया ध्यान लहीए पौ मुकहे। गुरु अमरदास जी नूं परसन दे नाल ब्रह्म ज्ञान ते ब्रह्म ध्यान दी प्राप्ति हुंदी है। पौ प्राप्ति हुंदी है, मुक है मुक्ति दी, मुक्ति मिल जाती है ते पैंडे सारे मुक जाते हैं, सफर पूरा हो जाता, यात्रा सफली हो जाती है। गुरु अमरदास परसिया अभाव लभै गौ चुके है। गुरु अमरदास जी नूं मिलन नाल, गुरु अमरदास जी दा सिख बनन नाल अभाव लभै, निर्भय अवस्था लभ जाती। आपां सारे साध संगत जी एक चीज लभदे हां, इक्को ही चीज लभदे हां भी साडा डर खत्म हो जावे। की बनेगा, की होवेगा, की करांगे, कित्थे जावांगे, की खावांगे, की पीवांगे, यही चिंता जिहड़ी लगी हुई है ना, यही डर बनिया होया ना। कहंदे ये खत्म हो जावे, किवें होएगा? कहंदे गुरु अमरदास परसिए, गुरु अमरदास दे सिख बन जाओ, अभाव लभै,
ਨਿਰਭਉ ਅਵਸਥਾ ਲੱਭ ਜਾਏਗੀ। ਗौ ਚੁੱਕਾ, ਕਿਸੇ ਦੀ ਪਰਵਾਹ ਨਹੀਂ। ਫਿਰ ਗौ ਜਿਹੜੀ ਹੈ ਨਾ ਖਤਮ ਹੋ ਜਾਏਗੀ, ਜਿਹੜੀ ਬੰਦੇ ਨੂੰ ਹਰ ਵੇਲੇ ਬਾਸ਼ਨਾ ਰਹਿੰਦੀ ਹੈ, ਜੇ ਮੈਂ ਫਲਾਣੇ ਬੰਦੇ ਨੂੰ ਫਤਿਹ ਨਾ ਬੁਲਾਈ ਤਾਂ ਮੇਰਾ ਆਹ ਕੰਮ ਨਹੀਂ ਬਣਨਾ, ਫਲਾਣੇ ਬੰਦੇ ਦੀ ਮੈਂ ਚਾਹ ਪਾਣੀ ਨਾ ਕੀਤੀ ਤੇ ਮੇਰਾ ਆਹ ਕੰਮ ਨਹੀਂ ਬਣਨਾ। ਫਿਰ ਕਹਿੰਦੇ ਗौ ਹੀ ਮੁੱਕ ਜਾਏਗੀ। ਗौ ਬਣਾਵੇ ਜੌਂ, ਪੰਜਾਬੀ ਦੀ ਕਹਾਵਤ ਹੈ, ਗौ ਬਣਾਵੇ ਜੌਂ। ਜਦੋਂ ਬੰਦੇ ਨੂੰ ਗौ ਹੁੰਦੀ ਹੈ ਨਾ, ਗਧੇ ਨੂੰ ਵੀ ਬਾਪ ਕਹਿਣਾ ਪੈਂਦਾ ਕਈ ਵਾਰੀ। ਲੋੜ ਹੈ ਜਿਹੜੇ ਬੰਦੇ ਦਾ ਆਪਾਂ ਸਾਧ ਸੰਗਤ ਜੀ ਨਾਂ ਨਹੀਂ ਲੈਣਾ ਚਾਹੁੰਦੇ, ਉਹਦੇ ਅੱਗੇ ਹੱਥ ਜੋੜਨੇ ਪੈਂਦੇ ਆ ਵੀ ਸਾਨੂੰ ਲੋੜ ਆ। ਕਹਿੰਦੇ ਜੇ ਗौ ਹੀ ਨਾ ਹੋਵੇ, ਗौ ਹੀ ਨਾ ਹੋਵੇ, ਇੱਛਾ ਹੀ ਨਾ ਕੋਈ ਹੋਵੇ, ਤੇ ਫੇਰ ਕੀ ਕਿਸੇ ਦੇ ਕੋਲ ਕਾਹਨੂੰ ਜਾ ਕੇ ਤਰਲੇ ਕੱਢਣੇ ਆ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਮਿਲਣ ਨਾਲ ਇਹ ਸਾਰੀਆਂ ਜਿਹੜੀਆਂ ਗਊਆਂ ਹਨ ਖਤਮ ਹੋ ਜਾਂਦੀਆਂ ਹਨ। ਇੱਕ ਦਿਨ ਦੁੱਗਣ ਜੋ ਤਉ ਰਹਿ, ਜਾਸ ਮੰਤਰ ਮਾਨ ਵਹਿ ਲਹੈ। ਕਹਿੰਦੇ ਇੱਕ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਹੋਰ ਜਿਹੜਾ ਦੁਵੈਤ ਦਾ ਪਸਾਰਾ ਹੈ ਉਹ ਫਿਰ ਰਹਿ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਦੁਵੈਤ ਮਿਟ ਜਾਂਦੀ ਹੈ। ਜਿਸ ਦੇ ਸਮੰਤਰ ਨਾਲ ਵਾਹਿਗੁਰੂ 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 ਜਪਣ ਨਾਲ ਕਹਿੰਦੇ ਮਨੁੱਖਤਾ ਦੀ ਪ੍ਰਾਪਤੀ ਹੁੰਦੀ ਹੈ। ਮਾਨ ਵਹਿ ਲਹਿ, ਮਨੁੱਖ ਜਿਹੜੇ ਹਨ ਉਹ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ। ਜਾਲਪ ਪਦਾਰਥ ਇਤੜੇ, ਜਾਲਪ ਜੀ ਕਹਿੰਦੇ ਇਸ ਤਰ੍ਹਾਂ ਦੇ ਪਦਾਰਥ, ਇਸ ਤਰ੍ਹਾਂ ਦੀਆਂ ਵਸਤੂਆਂ, ਇੰਨੀਆਂ ਪ੍ਰਾਪਤੀਆਂ ਹੁੰਦੀਆਂ ਨੇ। ਗੁਰੂ ਅਮਰਦਾਸ ਡਿਠਾ ਮਿਲੇ, ਗੁਰੂ ਅਮਰਦਾਸ ਜੀ ਨੂੰ ਦਰਸ਼ਨ ਕਰਨ ਨਾਲ, ਗੁਰੂ ਅਮਰਦਾਸ ਜੀ ਦੇ ਚਰਨ ਪਰਸਨ ਨਾਲ ਇੰਨਾ ਕੁਝ ਮਿਲਦਾ ਹੈ। ਸੋ ਖਾਲਸਾ ਜੀ, ਅੱਜ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੀ। ਉਹਨਾਂ ਦੇ ਸੰਬੰਧ ਵਿੱਚ ਕੁਝ ਕਿਹਾ ਨਹੀਂ ਜਾ ਸਕਦਾ। ਗੁਰੂ ਅਮਰਦਾਸ ਕੀ ਅਕਥ ਕਥਾ ਹੈ। ਇੱਕ ਜੀਵ ਦੇ ਨਾਲ ਕਛ ਕਹੀ ਨਾ ਜਾਈ, ਉਹ ਕਹੀ ਨਹੀਂ ਜਾ ਸਕਦੀ। ਬਹੁਤ ਬਹੁਤ ਧੰਨਵਾਦ। ਗੁਰੂ ਕੀਆਂ ਸੰਗਤਾਂ ਨੇ ਇੱਕ ਹਫ਼ਤੇ ਤੋਂ ਬਹੁਤ ਪਿਆਰ ਦਿੱਤਾ ਹੈ। ਗੁਰੂ ਘਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਹੈ। ਔਰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ